ਤਾਂ ਲੱਗਦਾ ਕਿ ਚਿੰਤਾ ਦੀ ਗੱਲ ਹੈ ਤੇ ਉੱਪਰੋਂ ਜਥੇਦਾਰ ਸਾਹਿਬ ਦਾ ਬਿਆਨ ਆਇਆ, ਕਹਿੰਦੇ ਕਿ ਸਰਕਾਰਾਂ ਵੀ ਧਿਆਨ ਨਹੀਂ ਦੇ ਰਹੀਆਂ। ਮੈਨੂੰ ਇਹ ਲੱਗਦਾ ਵੀ ਜਾਣਬੁੱਝ ਕੇ ਇਹ ਵਧਾਇਆ ਚੜਾਇਆ ਜਾ ਰਿਹਾ। ਬਾਰਡਰ ਉੱਤੇ ਪੋਲਿਟਿਕਸ ਬੀਜੇਪੀ ਕਰ ਰਹੀ ਹੈ, ਬਾਰਡਰ ਦੀ ਪੋਲਿਟਿਕਸ ਆਰਐਸਐਸ ਬਾਰਡਰ ਵਾਲੀ ਪੋਲਿਟਿਕਸ ਕਰ ਰਹੀ ਹੈ। ਸਿੱਧੇ ਤੌਰ ਤੇ ਮੰਨ ਲਿਆ ਜਾਵੇ ਕਿ ਜਦੋਂ ਅਕਾਲੀ ਦਲ ਸੱਤਾ 'ਚ ਨਹੀਂ ਹੁੰਦਾ ਤਾਂ ਉਦੋਂ ਇਦਾਂ ਦੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਅਕਸਰ ਕੀਤੀਆਂ ਜਾਂਦੀਆਂ। ਇਹ ਜ਼ਿਆਦਾ ਖੇਡ ਖੇਡਦੇ ਆ, ਸਾਰੀ ਭੈੜੇ ਤਰੀਕੇ ਦੀ ਖੇਡਦੇ ਆ। ਉਹੀ ਖੇਡ ਆ ਜਿਹੜੀ ਬੀਜੇਪੀ ਦੀ ਖੇਡ ਆ। ਅਸੀਂ ਉਸ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਰਹੇ, ਕਿਉਂਕਿ ਇਹ ਵੀ ਹੁੰਦਾ ਨਾ ਕਿ ਅਸੀਂ ਆਪਣੀ ਗਲਤੀ ਲੁਕਾਉਣ ਦੇ ਚੱਕਰ 'ਚ ਦੂਜੇ ਦੀ ਜੇ ਕੋਈ ਦੁਕਾਨ ਵਧੀਆ ਚੱਲ ਪਈ ਹੈ ਤਾਂ ਉਹਦਾ ਨੁਕਸ ਕੱਢਣ ਲੱਗ ਪਏ। ਤੇ ਇੱਥੇ ਤਾਂ ਕੋਈ ਗੱਲ ਹੈ ਨਹੀਂ, ਇਹ ਤਾਂ ਸਾਰਾ ਝੂਠ ਕੋਲੋਂ ਬਣਾ ਰਹੇ ਆ ਸਾਰਾ ਕੁਝ। ਕੋਈ ਤਾਂ ਅੱਛਾ ਜਿਹੜਾ ਹੁਣ ਕਹਦੇ ਵੀ ਇਹ ਬਾਹਰ ਜਾਣ ਦਾ ਤੁਹਾਨੂੰ ਕੋਈ ਕ੍ਰਿਸਚਨ ਹੋ ਕੇ ਕੋਈ ਬਾਹਰ ਨਹੀਂ ਜਾਂਦਾ, ਹੋਰ ਤਰੀਕਿਆਂ ਨਾਲ ਲੋਕ ਜਾ ਰਹੇ ਆ ਜੇ ਜਾਣਾ ਤਾਂ। ਤੇ ਨਾ ਨੌਕਰੀ ਆ, ਕਿੱਥੇ ਕੋਈ ਬ੍ਰਿਟਿਸ਼ ਦਾ ਰਾਜ ਕਰਦਾ ਹੋਇਆ ਬੰਦਾ ਉਹ ਨੌਕਰੀ ਦੇ ਸਕਦਾ ਹੁੰਦਾ? ਉਹਦਾ ਤਾਂ ਕੋਈ ਨਾਂ ਨਿਸ਼ਾਨ ਹੈ ਨਹੀਂ। ਈਸਾਈ ਕਿੱਥੋਂ ਨੌਕਰੀਆਂ ਦੇ ਦੇਣਗੇ? ਜੇ ਤੁਸੀਂ ਕ੍ਰਿਸਚਨ ਨਾ ਬਣੇ ਤਾਂ ਤੁਹਾਨੂੰ ਕੈਂਸਰ ਹੋ ਜਾਊਗਾ ਜਾਂ ਇਦਾਂ ਦੀਆਂ ਬਿਮਾਰੀਆਂ ਦੇ ਬਹਾਨੇ ਵੀ ਲਾ ਕੇ ਕੋਈ ਸਬੂਤ ਤਾਂ ਦੇਣ। ਇਹ ਐਵੇਂ ਫਜ਼ੂਲ ਗੱਲ ਹੈ, ਕੋਈ ਰਿਕਾਰਡਿੰਗ ਕਰਕੇ ਦਿਖਾਉਣ ਵੀ ਕਿੱਥੇ ਕਿਹਾ ਹੋਵੇ ਉਹਨਾਂ ਦੇ ਪਾਸਟਰ ਨੇ ਜਾਂ ਕਿਸੇ ਉਹਨਾਂ ਦੇ ਕਨਵਰਸ਼ਨ ਕਰਨ ਵਾਲੇ ਬੰਦੇ ਨੇ। ਕੋਲੋਂ ਜੋ ਮਰਜ਼ੀ ਬਣਾਈ ਜਾਓ। ਅਕਸਰ ਇਹ ਵੀ ਜ਼ਿਕਰ ਆ ਜਾਂਦਾ ਕਰੋੜਾਂ ਰੁਪਏ ਦਾ ਬਜਟ ਹੈਗਾ ਤੇ ਪ੍ਰਚਾਰ ਦੇ ਲਈ ਵਰਤਿਆ ਜਿਹੜਾ ਜਾਂਦਾ ਰੱਖਿਆ ਜਾਂਦਾ ਉਚੇਚੇ ਤੌਰ ਤੇ ਉਸ ਬਜਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਦੇ ਵਿੱਚ ਰੱਖਿਆ ਜਾਂਦਾ, ਤਾਂ ਉਹਦਾ ਵੀ ਇਸਤੇਮਾਲ ਗਲਤ ਪਾਸੇ ਇਹ ਸਾਡੀ ਸੰਸਥਾ ਜਦੋਂ ਇਹ ਇਲੈਕਸ਼ਨ ਸਿਸਟਮ 'ਚ ਪੈ ਗਏ, ਸਾਡੀ ਸੰਸਥਾ ਰਹੀ ਨਹੀਂ। ਮੂਰਖ ਬਣਾਇਆ ਜਾ ਰਿਹਾ ਜਾਂ ਉਹਨਾਂ ਨੂੰ ਪਰਦੇ ਹੇਠ ਰੱਖਿਆ ਜਾ ਰਿਹਾ। ਬਚਣਾ ਕਿੱਦਾਂ ਹੈਗਾ ਇੱਥੋਂ, ਕਿਉਂਕਿ ਬਚਣ ਦੀ ਲੋੜ ਵੀ ਹੈਗੀ। ਐਸਜੀਪੀਸੀ ਨੇ ਨਾ ਉਹ ਕਰਨਾ ਨਾ ਵਾਸਤਾ। ਸਿੰਘ ਸਭਾ 'ਚੋਂ ਐਸਜੀਪੀਸੀ ਨਿਕਲੀ ਸੀ, ਇਸ ਕਰਕੇ ਮੁੜ ਕੇ ਫਿਰ ਉਹਨਾਂ ਨੇ ਇਹ ਸਾਰਾ ਕੁਝ ਕਬਜ਼ਾ ਕਰ ਲਿਆ। ਉਹ ਕਬਜ਼ਾ ਹੁਣ ਦਿੱਲੀ ਦਾ ਹੋਇਆ ਵਾ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੇ ਮਸਲੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਚਿੰਤਾ ਜ਼ਾਹਿਰ ਕੀਤੀ ਜਾਂਦੀ ਰਹੀ ਹੈ ਤੇ ਹੁਣ ਇੱਕਦਮ ਦੁਬਾਰਾ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਦੁਬਾਰਾ ਚਰਚਾਵਾਂ ਵੱਡੇ ਪੱਧਰ ਤੇ ਹੋ ਰਹੀਆਂ। ਵੱਖ-ਵੱਖ ਸਿਆਸੀ ਆਗੂ ਜਿਹੜੇ ਨੇ ਉਹ ਵੀ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਕਿ ਆਖਿਰਕਾਰ ਧਰਮ ਪਰਿਵਰਤਨ ਲਾਲਚ ਦੇ ਕੇ ਕਰਵਾਇਆ ਜਾ ਰਿਹਾ, ਧੱਕੇ ਨਾਲ ਕਰਵਾਇਆ ਜਾ ਰਿਹਾ ਜਾਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਕਹਿ ਕੇ ਕਰਵਾਇਆ ਜਾ ਰਿਹਾ ਕਿ ਜਿਹੜੀਆਂ ਸਿੱਧੇ ਤੌਰ ਤੇ ਗੈਰ ਕਾਨੂੰਨੀ ਨੇ। ਕਾਨੂੰਨ ਨੂੰ ਆਪਣੇ ਤਹਿਤ ਕੰਮ ਕਰਨਾ ਚਾਹੀਦਾ। ਸਰਕਾਰਾਂ ਤੋਂ ਅਪੀਲ ਕੀਤੀ ਜਾ ਰਹੀ ਹੈ, ਸੂਬੇ ਦੀ ਸਰਕਾਰ ਤੋਂ ਅਪੀਲ, ਕੇਂਦਰ ਦੀ ਸਰਕਾਰ ਤੋਂ ਅਪੀਲ। ਪਰ ਕਮੀ ਕਿੱਥੇ ਹੈਗੀ? ਇਹ ਧਰਮ ਪਰਿਵਰਤਨ ਹੋ ਕਿਉਂ ਰਿਹਾ? ਇਸ ਬਾਬਤ ਅਸੀਂ ਡੂੰਘਾਈ ਦੇ ਨਾਲ ਗੱਲਬਾਤ ਕਰ ਰਹੇ। ਸਾਡੇ ਨਾਲ ਉੱਗੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਕੇ ਸਮਝਾਂਗੇ ਕਿ ਇਹ ਕਮੀ ਕਿੱਥੇ ਹੈਗੀ। ਕਿਉਂਕਿ ਕਹਿੰਦੇ ਨਹੀਂ ਹੁੰਦੇ ਕਿ ਜੇ ਕੋਈ ਚੀਜ਼ ਛੱਡੀ ਜਾ ਰਹੀ ਹੈ, ਜੇ ਕੋਈ ਚੀਜ਼ ਦੂਜੇ ਪਾਸੇ ਜਾਇਆ ਜਾ ਰਿਹਾ ਬੰਦੇ ਵੱਲੋਂ, ਤਾਂ ਉਹਦੇ ਪਿੱਛੇ ਕਮੀ ਕੋਈ ਨਾ ਕੋਈ ਆਪਣੇ ਵਿੱਚ ਵੀ ਰਹੀ ਹੋਊਗੀ। ਸਿੱਧੂ ਸਾਹਿਬ, ਇਹ ਜਿਹੜਾ ਧਰਮ ਪਰਿਵਰਤਨ ਦਾ ਮਸਲਾ ਇਸ ਵੇਲੇ ਗੰਭੀਰ ਰੂਪ ਅਖਤਿਆਰ ਕਰ ਰਿਹਾ ਹੈਗਾ, ਸਿੱਧੇ ਤੌਰ ਤੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਥਾਵਾਂ ਤੇ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ, ਖਾਸ ਕਰਕੇ ਬਾਰਡਰ ਏਰੀਆ ਵਾਲੇ ਪਾਸੇ, ਕੰਢੀ ਏਰੀਆ ਵਾਲੇ ਪਾਸੇ, ਜਿੱਥੇ ਜ਼ਿਆਦਾ ਆਵਾਜਾਈ ਨਹੀਂ ਹੈਗੀ ਜਾਂ ਵਿਕਾਸ ਹਲੇ ਵੀ ਲੱਭ ਰਹੇ ਨੇ ਲੋਕ। ਤਾਂ ਲੱਗਦਾ ਕਿ ਚਿੰਤਾ ਦੀ ਗੱਲ ਹੈ ਤੇ ਉੱਪਰੋਂ ਜਥੇਦਾਰ ਸਾਹਿਬ ਦਾ ਬਿਆਨ ਆਇਆ, ਕਹਿੰਦੇ ਕਿ ਸਰਕਾਰਾਂ ਵੀ ਧਿਆਨ ਨਹੀਂ ਦੇ ਰਹੀਆਂ। ਮੇਰਾ ਇਹਦੇ ਬਾਰੇ ਥੋੜਾ ਜਿਹਾ ਇਹਨਾਂ ਤੋਂ ਵੱਖਰਾ ਵਿਚਾਰ ਹੈ। ਮੈਨੂੰ ਇਹ ਲੱਗਦਾ ਵੀ ਜਾਣਬੁੱਝ ਕੇ ਇਹ ਵਧਾਇਆ ਚੜਾਇਆ ਜਾ ਰਿਹਾ। ਬਾਰਡਰ ਉੱਤੇ ਪੋਲਿਟਿਕਸ ਬੀਜੇਪੀ ਕਰ ਰਹੀ ਹੈ, ਬਾਰਡਰ ਦੀ ਪੋਲਿਟਿਕਸ ਆਰਐਸਐਸ ਬਾਰਡਰ ਵਾਲੀ ਪੋਲਿਟਿਕਸ ਕਰ ਰਹੀ ਹੈ, ਜਾਂ ਐਂਟੀ ਜਿਹੜੀ ਪਾਕਿਸਤਾਨ ਪੋਲਿਟਿਕਸ ਚੱਲਦੀ ਹੈ ਉਹ ਕਰ ਰਹੇ ਆ। ਇਸ ਕਰਕੇ ਇਹ ਜ਼ਿਆਦਾ ਪਾਰਟ ਹੈਗਾ, ਇਹਦੇ 'ਚ ਪੋਲਿਟਿਕਸ ਜ਼ਿਆਦਾ ਹੈ। ਜਿਹੜੀ ਕਨਵਰਸ਼ਨ ਦਾ ਮਸਲਾ ਕਿਤੇ ਹੋ ਰਿਹਾ ਹੋਊਗਾ, ਪਰ ਇੰਨੀ ਨਹੀਂ ਹੋ ਰਹੀ ਜਿੰਨੀ ਇਹ ਕਹਿ ਰਹੇ ਆ। ਰੂਟੀਨ ਦੀ ਗੱਲਬਾਤ ਹੈ, ਕੋਈ ਨਵਾਂ ਸਵੱਬ ਨਹੀਂ ਲੱਗਦਾ ਜਿਹਦੇ ਥੱਲੇ ਕਨਵਰਸ਼ਨ ਕਰਨਗੇ ਇਹਦੇ ਵੱਲ। ਵੇਖੋ, ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਕਨਵਰਸ਼ਨ ਹੋਈ ਹੈ, ਉਦੋਂ ਧਰਮ ਬਦਲੀ ਹੋਈ ਆ, ਈਸਾਈ ਬਣੇ ਆ ਲੋਕ। ਇੱਥੋਂ ਤੱਕ ਆ ਵੀ ਤੁਸੀਂ ਕਈ ਕਪੂਰਥਲੇ ਵਾਲੇ ਸ਼ਾਹੀ ਫੈਮਿਲੀ ਵੀ ਬਣ ਗਈ ਸੀਗੀ, ਤੇ ਉਹ ਇੱਕ ਵੱਖਰਾ ਸਵੱਬ ਸੀਗਾ ਸਾਰਾ ਕੁਛ। ਜਾਂ ਮਤਲਬ ਕਿ ਵੀ ਤੁਸੀਂ ਮਿਸ਼ਨ ਸਕੂਲ ਦੇ ਵਿੱਚ 4 ਬੱਚੇ ਉੱਠ ਕੇ ਕਹਿੰਦੇ ਸੀ ਅਸੀਂ ਧਰਮ ਪਰਿਵਰਤਨ ਕਰਨਾ, ਇਹ ਈਸਾਈ ਬਣਨਾ। ਤੇ ਉਹਦੇ ਪਿੱਛੇ ਇੱਕ ਸਰਕਾਰਾਂ ਵੀ ਖੜੀਆਂ ਸੀ, ਇੱਕ ਵੱਡੀ ਤਾਕਤ ਵੀ ਸੀਗੀ ਜਿਹੜੀ ਉਸ ਕਿਸਮ ਦਾ ਈਸਾਈ ਉਹਦੇ ਬੜੇ ਰੂਲਰ ਸੀਗੇ, ਰਾਜੇ ਸੀ ਇੱਥੋਂ ਦੇ ਦੇਸ਼ ਦੇ, ਇਸ ਕਰਕੇ ਕੀਤਾ ਸੀ। ਹੁਣ ਮੈਨੂੰ ਤਾਂ ਕੋਈ ਲੱਗਦਾ ਨਹੀਂ ਕੋਈ ਸਵੱਬ ਹੈ ਵੀ ਕਿਸੇ ਨੂੰ ਹੋਵੇ। ਸਾਰਾ ਸਵਾਲ ਇਹ ਆ ਵੀ ਤੁਸੀਂ ਆਪਣੀ ਜਿਹੜੀ ਕਮਜ਼ੋਰੀਆਂ ਅਕਾਲੀ
ਸਿੱਖ ਧਰਮ ਦੀਆਂ ਆਪਦੀਆਂ ਸ਼੍ਰੋਮਣੀ ਕਮੇਟੀ ਦੀਆਂ ਖਾਸ ਕਰਕੇ ਅਕਾਲ ਤਖਤ ਦੇ ਜਥੇਦਾਰ ਦੀਆਂ ਪਾਲਿਸੀਆਂ ਖਾਸ ਕਰਕੇ ਉਹਨਾਂ ਕਰਕੇ ਜਿਹੜੇ ਲੋਕਾਂ ਵਿੱਚ ਉਹ ਆਪਦੀਆਂ ਨੂੰ ਛਪਾਉਣ ਦੇ ਲਈ ਇਹ ਇੱਕੋ ਮਸਲਾ ਖੜੀ ਕਰ ਜਾਂਦਾ। ਜਿਵੇਂ ਅਕਾਲੀ ਦਲ ਨੇ ਹੁਣ ਜਿਹੜੀ ਉਹਨਾਂ ਦੀ ਇਕਬਾਲ ਸਿੰਘ ਧੁੰਦਾ ਕਮੇਟੀ ਬਣੀ ਸੀ, ਉਹਨੇ ਸਾਰਾ ਇਹ ਕੱਢਿਆ ਜੀ ਵੀ ਇਹ ਸਾਰਾ ਅਸਰ ਜੀ ਜਿਹੜਾ ਈਸਾਈ ਦਾ ਤੇ ਕਨਵਰਸ਼ਨ ਦਾ ਕੰਮ ਕਰਦੇ ਸੀ, ਉਸ ਕਰਕੇ ਸਾਡੀਆਂ ਵੋਟਾਂ ਤੇ ਅਸਰ ਪਿਆ। ਤੁਸੀਂ ਜਿਹੜੀ ਗੱਲ ਕਰੋ ਵੀ ਤੁਸੀਂ ਅਕਾਲੀ ਦਲ ਨੇ ਕੀ ਕੀਤਾ, ਬੇਅਦਬੀ ਹੋਰ ਸਾਰੇ ਤਮਾਮ ਤੁਹਾਡੇ ਵਿਰੁੱਧ ਸਾਰਾ ਕੁਝ ਭੁਗਤ ਰਿਹਾ ਤੇ ਤੁਸੀਂ ਜਾ ਕੇ ਉਹ ਰਿਜ਼ਲਟ ਕੱਢ ਲਿਆ ਵੀ ਇਸ ਕਰਕੇ ਅਸੀਂ ਹਾਰ ਗਏ। ਇਹ ਸਾਰੇ ਡਰਾਮੇਬਾਜ਼ੀ ਆ। ਅਕਾਲੀ ਦਲ ਜਿਹੜਾ ਕੁਝ ਬੋਲਦਾ ਜਾਂ ਕਰਦਾ ਉਹੀ ਇਹ ਕਰਦੇ ਆ। ਦਰਅਸਲ ਅਕਾਲੀ ਦਲ ਵੀ ਬੀਜੇਪੀ ਵਾਲੀ ਗੱਲ ਕਰਦਾ, ਜਿਹੜੀ ਬੀਜੇਪੀ ਨਾਲ ਜੁੜਿਆ ਰਿਹਾ ਕਰਕੇ ਇਹੀ ਕਰਦਾ ਗਾਹਾਂ ਅਕਾਲ ਤਖਤ ਦੇ। ਜੀ ਸਾਹਿਬ, ਬੜੀ ਅਹਿਮ ਚੀਜ਼ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਈਸਾਈ ਧਰਮ ਦੇ ਨਾਮ ਤੇ ਸਿਆਸਤ ਖੇਡੀ ਜਾ ਰਹੀ ਹੈ ਕਿਤੇ ਨਾ ਕਿਤੇ। ਸਿੱਧੇ ਤੌਰ ਤੇ ਮੰਨ ਲਿਆ ਜਾਵੇ ਕਿ ਜਦੋਂ ਅਕਾਲੀ ਦਲ ਸੱਤਾ 'ਚ ਨਹੀਂ ਹੁੰਦਾ ਤਾਂ ਉਦੋਂ ਇਦਾਂ ਦੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਅਕਸਰ ਕੀਤੀਆਂ ਜਾਂਦੀਆਂ। ਇਹਦਾ ਖਤਰਨਾਕ ਹੋਰ ਵੀ ਖੇਡਦੇ ਆ। ਜਿਵੇਂ ਹੁਣ ਮਹਿਤਾ ਚੌਂਕ ਦੇ ਨੇੜੇ ਉਹ ਈਸਾਈਆਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਸੀ, ਉਹਦੇ ਉੱਤੇ ਹਮਲਾ ਨਿਹੰਗਾਂ ਤੋਂ ਕਰਾਤਾ। ਇਹ ਜ਼ਿਆਦਾ ਖੇਡਦੇ ਆ, ਸਾਰੀ ਭੈੜੇ ਤਰੀਕੇ ਦੀ ਖੇਡਦੇ ਆ। ਉਹੀ ਖੇਡ ਆ ਜਿਹੜੀ ਬੀਜੇਪੀ ਦੀ ਖੇਡ ਆ, ਉਸੇ RSS ਦੀ ਖੇਡ ਆ। ਇਹ ਭੈੜੀ ਖੇਡ ਰਹੇ ਆ ਸਾਰੀ। ਇਹ ਤਾਂ ਕਿਸੇ ਦੇ ਜਿਵੇਂ ਦੂਜੇ ਕਰਦੇ ਆ ਸਾਰਾ। ਇਸ ਕਰਕੇ ਇਹ ਆਪਦੀ ਅੱਗੇ ਹੁੰਦਾ ਸੀ ਵੀ ਅਕਾਲੀਆਂ ਬਾਰੇ ਆਊਟ ਆਫ ਪਾਵਰ ਆ ਤਾਂ ਉਦੋਂ ਪੰਜਾਬ ਦੀਆਂ ਮੰਗਾਂ ਚੁੱਕ ਲੈਂਦੇ ਸੀ, ਉਹ ਨਹੀਂ ਕਰ ਰਹੇ। ਇਹ ਤਾਂ ਖੇਡ ਹੀ ਉਧਰਲੀ ਖੇਡ ਰਹੇ ਹੈਗੇ। ਇਸ ਕਰਕੇ ਹੁਣ ਬੀਜੇਪੀ ਵੀ ਮੁਸਲਮਾਨਾਂ ਦੇ ਤੇ ਈਸਾਈਆਂ ਦੇ ਅਗੇਂਸਟ ਮੁਹਿੰਮ ਸ਼ੁਰੂ ਕੀਤੀ ਹੋਈ ਆ। ਜਿਹੜਾ ਉਹਨਾਂ ਨੇ ਨੇਸ਼ਨ ਆਪਣੀ ਵੱਡੀ ਕੌਮ ਖੜੀ ਕਰਨੀ ਹੈ, ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦਾ ਚੱਕਰ ਹੈ, ਉਹੀ ਸਾਰਾ ਮੁਹਾਵਰਾ ਇਹ ਅਕਾਲ ਤਖਤ ਜਥੇਦਾਰ ਕਹਿ ਰਿਹਾ। ਇਹ ਕਿਉਂ ਨਹੀਂ ਕਹਿੰਦਾ ਵੀ ਇਹਨੂੰ ਦਿਖਦਾ ਨਹੀਂ ਕਿਤੇ ਮੁਸਲਮਾਨਾਂ ਉੱਤੇ ਕਿੰਨੇ ਧੱਕੇ ਹੋ ਰਹੇ ਆ ਜਾਂ ਹੋਰ ਮਿਨੋਰਟੀਆਂ ਤੇ ਧੱਕੇ ਹੋ ਰਹੇ ਆ, ਉਹਦੀ ਕਿਤੇ ਗੱਲ ਨਹੀਂ ਕਰਦਾ। ਕਨਵਰਸ਼ਨ ਵਾਲੇ ਇਸ਼ੂ ਨੂੰ ਫੜਿਆ ਹੋਇਆ, ਇਹ ਜਾਣਬੁੱਝ ਕੇ ਉਠਾਇਆ ਜਾ ਰਿਹਾ। ਤੇ ਇਸ ਦੇ ਬਾਰੇ 'ਚ ਜਿਹੜੇ ਛੋਟੇ ਮੋਟਾ ਪ੍ਰੋਗਰਾਮ ਵੀ ਕਿਤੇ ਈਸਾਈਆਂ ਦਾ ਅੰਮ੍ਰਿਤਸਰ ਦੇ ਇਲਾਕੇ 'ਚ ਹੁੰਦਾ, ਉਸ ਨੂੰ ਸੋਸ਼ਲ ਮੀਡੀਆ ਤੇ ਵੱਡਾ ਸ਼ਕਲ ਬਣਾ ਕੇ ਉਹਦੀਆਂ ਜਿਹੜੀ ਕੋਈ ਵੀਡੀਓ ਹੈ ਉਹਨੂੰ ਡਾਕਟਰਿੰਗ ਕਰਕੇ ਉਹਦੇ ਵਿੱਚ ਹੋਰ ਕਿਸੇ ਦੀ ਵੀਡੀਓ ਐਡ ਕਰਕੇ ਵੱਡਾ ਇਕੱਠ ਦਿਖਾਇਆ ਜਾ ਰਿਹਾ। ਇਹ ਸਾਰਾ ਜਿਹੜਾ ਹੈ ਸਿਆਸੀ ਪ੍ਰਪੰਚ ਹੈ, ਜਿਹਦੇ ਵਿੱਚ ਅਕਾਲ ਤਖਤ ਜਥੇਦਾਰ ਸ਼ਾਮਲ ਹੋਇਆ। ਸਾਨੂੰ ਬੜਾ ਇਸ ਗੱਲ ਤੇ ਦੁੱਖ ਹੈ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਕਿਸਮ ਦੀ ਨਹੀਂ ਕਰਨੀ ਚਾਹੀਦੀ। ਸਭ ਨੂੰ ਪਤਾ ਲੱਗ ਰਿਹਾ ਵੀ ਇਹ ਪੋਲਿਟਿਕਸ ਪਲੇ ਕਰ ਰਿਹਾ। ਸਭ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਦੇ ਹਾਲਾਤ ਨੇ, ਇਹਨਾਂ ਦੇ ਵਿੱਚੋਂ ਨੁਕਸਾਨ ਅਲਟੀਮੇਟਲੀ ਅਸੀਂ ਦੇਖਦੇ ਹਾਂ ਤਾਂ ਪੰਜਾਬ ਦਾ ਹੀ ਹੋਣਾ ਹੈਗਾ। ਤਾਂ ਲੱਗਦਾ ਕਿ ਜਿਸ ਤਰੀਕੇ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ, ਕਿਉਂਕਿ ਵੱਡੇ ਪੱਧਰ ਤੇ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਵੀ ਚੱਲੀਆਂ ਸੀ ਕਿ ਕਨਵਰਜਨ ਹੋ ਰਹੀ ਹੈ, ਲੋਕ ਧਰਮ ਛੱਡ ਕੇ ਦੂਜੇ ਧਰਮ 'ਚ ਜਾ ਰਹੇ ਨੇ, ਤੇ ਇਹ ਵੀ ਗੱਲਾਂ ਆ ਰਹੀਆਂ ਸੀ ਕਿ ਲਾਲਚ ਦਿੱਤਾ ਜਾ ਰਿਹਾ, ਨੌਕਰੀ ਦਾ ਲਾਲਚ ਹੋ ਗਿਆ, ਵਿਆਹ ਦਾ ਲਾਲਚ ਹੋ ਗਿਆ, ਵਿਦੇਸ਼ ਭੇਜਣ ਦਾ ਲਾਲਚ ਹੋ ਗਿਆ, ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਡਰਾਵੇ ਵੀ ਦਿੱਤੇ ਜਾ ਰਹੇ ਕਿ ਤੁਹਾਨੂੰ ਕੋਈ ਵੱਡੀ ਸਮੱਸਿਆ ਹੋ ਜੂਗੀ ਨਹੀਂ ਤਾਂ ਜੇ ਤੁਸੀਂ ਧਰਮ ਪਰਿਵਰਤਨ ਨਹੀਂ ਕੀਤਾ। ਤੇ ਇੱਕ ਨਾਲ ਦੀ ਨਾਲ ਇਹ ਵੀ ਚੀਜ਼ ਚੱਲਦੀ ਹੈ ਕਿ ਕੀ ਕਮੀ ਆਪਣੇ ਵਿੱਚ ਹੈਗੀ ਹੈ ਕਿ ਅਸੀਂ ਉਸ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਰਹੇ, ਕਿਉਂਕਿ ਇਹ ਵੀ ਹੁੰਦਾ ਨਾ ਕਿ ਅਸੀਂ ਆਪਣੀ ਗਲਤੀ ਲੁਕਾਉਣ ਦੇ ਚੱਕਰ 'ਚ ਦੂਜੇ ਦੀ ਜੇ ਕੋਈ ਦੁਕਾਨ ਵਧੀਆ ਚੱਲ ਪਈ ਹੈ ਤਾਂ ਉਹਦਾ ਨੁਕਸ ਕੱਢਣ ਲੱਗ ਪੈਂਦੇ। ਦੇਖੋ, ਪਹਿਲੀ ਗੱਲ ਤਾਂ ਕੋਈ ਡਰਾਵਾ ਨਹੀਂ ਦਿੱਤਾ ਜਾ ਰਿਹਾ, ਕੋਈ ਐਵੇਂ ਝੂਠ ਬੋਲ ਰਹੇ ਆ ਸਾਰਾ ਵੀ ਇਹ ਡਰਾਵਾ। ਉਹਨਾਂ ਦੀ ਕਪੈਸਿਟੀ ਕਿੱਥੇ ਆ ਵੀ ਈਸਾਈ ਇੱਥੇ ਡਰਾਵਾ ਦੇਣਗੇ ਆ ਕੇ? ਈਸਾਈਆਂ ਦੇ ਪਿੱਛੇ ਕੋਈ ਤਾਕਤ ਨਹੀਂ ਖੜੀ ਆ ਕੇ ਇੱਥੇ। ਉਦੋਂ ਤਾਂ ਪਿੱਛੇ ਬ੍ਰਿਟਿਸ਼ ਅੰਪਾਇਰ ਖੜਾ ਸੀਗਾ, ਅਮਰੀਕਨ ਅੰਪਾਇਰ ਖੜਾ ਸੀਗਾ, ਜਿਹਦਾ ਦੇ ਵਿੱਚ ਇੱਥੇ ਕਨਵਰਸ਼ਨ ਉਹ 1860-70 'ਚ ਕਰਨ ਲੱਗੇ ਸੀਗੇ। ਤੇ ਇੱਥੇ ਤਾਂ ਕੋਈ ਗੱਲ ਹੈ ਨਹੀਂ, ਇਹ ਤਾਂ ਸਾਰਾ ਝੂਠ ਕੋਲੋਂ ਬਣਾ ਰਹੇ ਆ ਸਾਰਾ ਕੁਝ। ਕੋਈ ਤਾਂ ਅੱਛਾ, ਜਿਹੜਾ ਹੁਣ ਕਹਦੇ ਵੀ ਇਹ ਬਾਹਰ ਜਾਣ ਦਾ, ਤੁਹਾਨੂੰ ਕੋਈ ਕ੍ਰਿਸਚਨ ਹੋ ਕੇ ਕੋਈ ਬਾਹਰ ਨਹੀਂ ਜਾਂਦਾ, ਹੋਰ ਤਰੀਕੇ ਨਾਲ ਲੋਕ ਜਾ ਰਹੇ ਆ ਜੇ ਜਾਣਾ ਤਾਂ। ਤੇ ਨਾ ਨੌਕਰੀ ਆ, ਕਿੱਥੇ ਕੋਈ ਬ੍ਰਿਟਿਸ਼ ਦਾ ਰਾਜ ਕਰਦਾ ਹੋਇਆ ਬੰਦਾ ਉਹ ਨੌਕਰੀ ਦੇ ਸਕਦਾ ਹੁੰਦਾ? ਉਹਦਾ ਦਾ ਤਾਂ ਕੋਈ ਨਾਂ ਨਿਸ਼ਾਨ ਹੈ ਨਹੀਂ। ਈਸਾਈ ਕਿੱਥੋਂ ਨੌਕਰੀਆਂ ਦੇ ਦੇਣਗੇ? ਸਾਰਾ ਕੁਝ ਆਪਦੇ ਕੋਲੋਂ ਬਣਾਇਆ ਜਾ ਰਿਹਾ, ਇਹਨਾਂ ਦਾ ਝੂਠ ਬੋਲਦੇ ਆ। ਇਸ ਕਰਕੇ ਮੈਂ ਇਹ ਸਾਰੇ ਉਹਨਾਂ ਦੇ 'ਚ ਉਲਟਾ ਕੰਮ ਕੀ ਹੋਇਆ ਬਈ, ਕਈ ਜਿਹੜੇ ਡੇਰੇਦਾਰੀਆਂ, ਜਿਵੇਂ ਇੱਥੇ ਸਿੱਖ ਡੇਰੇਦਾਰ ਬਣੇ ਆ ਤੇ ਕਈਆਂ ਨੂੰ ਡੇਰੇਦਾਰੀਆਂ ਈਸਾਈਆਂ ਦੀਆਂ ਮਿਲ ਗਈਆਂ। ਸਾਡੇ ਬੰਦੇ ਆ ਜਿਹੜੇ ਸਾਰੇ ਉਹ ਈਸਾਈਆਂ ਵਾਲੀ ਡੇਰੇਦਾਰੀ ਲੱਭੀ ਬੈਠੇ ਆ। ਇਹ ਈਸਾਈਆਂ ਦੀ ਧਰਮ ਪਰਿਵਰਤਨ ਨਹੀਂ, ਈਸਾਈਆਂ ਦੇ ਖਾਤੇ ਵਿੱਚ ਕਈ ਡੇਰੇਦਾਰੀਆਂ ਕਰ ਰਹੇ ਆ, ਸਾਡੇ ਹੀ ਬੰਦੇ ਕਰ ਰਹੇ ਆ। ਮੈਂ ਇਹ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੇ ਟਿੱਪਣੀ ਕੀਤੀ, ਕਹਿੰਦੇ ਕਿ ਇਦਾਂ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਕਿ ਜੇ ਤੁਸੀਂ ਕ੍ਰਿਸਚਨ ਨਾ ਬਣੇ ਤਾਂ ਤੁਹਾਨੂੰ ਕੈਂਸਰ ਹੋ ਜਾਊਗਾ, ਜਾਂ ਇਦਾਂ ਦੀਆਂ ਬਿਮਾਰੀਆਂ ਦੇ ਬਹਾਨੇ ਵੀ ਲਾ ਕੇ ਦਿੱਤੇ।
ਕੋਈ ਸਬੂਤ ਤਾਂ ਦੇਣ, ਇਹ ਐਵੇਂ ਫਜ਼ੂਲ ਗੱਲ ਹੈ, ਕੋਈ ਰਿਕਾਰਡਿੰਗ ਕਰਕੇ ਦਿਖਾਉਣ ਵੀ ਕਿੱਥੇ ਕਿਹਾ ਹੋਵੇ ਉਹਨਾਂ ਦੇ ਪਾਸਟਰ ਨੇ ਜਾਂ ਕਿਸੇ ਉਹਨਾਂ ਦੇ ਕਨਵਰਸ਼ਨ ਕਰਨ ਵਾਲੇ ਬੰਦੇ ਨੇ। ਕੋਲੋਂ ਜੋ ਮਰਜ਼ੀ ਬਣਾਈ ਜਾਓ, ਇਹ ਕੋਲੋਂ ਬਣਾਈ ਜਾਂਦੇ ਆ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਇਹੋ ਜਿਹੇ ਤਾਂ ਸਾਰੇ ਸਾਧ ਵੀ ਕਹੀ ਜਾਂਦੇ ਆ। ਮੈਂ ਹਜੇ ਤੱਕ ਇਹ ਰਿਕਾਰਡ ਤੇ ਕਹਿ ਸਕਦਾ ਸਾਰੀ ਗੱਲਬਾਤ, ਜਿਹੜਾ ਕਿ ਅੰਮ੍ਰਿਤ ਛਕਾਉਣ ਵਾਲੇ ਕਹੀ ਜਾਂਦੇ ਤੂੰ ਅੰਮ੍ਰਿਤ ਛਕ ਲੈ ਬੀਬਾ, ਨਹੀਂ ਤਾਂ ਤੈਨੂੰ ਤੇਰਾ ਨੁਕਸਾਨ ਹੋ ਜੂ, ਤੇਰੇ ਪਰਿਵਾਰ ਦਾ ਨੁਕਸਾਨ ਹੋ ਜੂ। ਮੈਂ ਖੁਦ ਇਸ ਗੱਲ ਦੀ ਲੜਾਈ ਲੜ ਕੇ ਹਟਿਆ ਵੀ ਤੂੰ ਅੰਮ੍ਰਿਤਧਾਰੀ ਹੋ ਕੇ ਜਾ। ਇਹ ਅੰਮ੍ਰਿਤ ਮੁਹਿੰਮ ਕਿਹੜੀ ਹੋਈ ਵੀ ਬੱਚਿਆਂ ਨੂੰ ਡਰਾ ਕੇ ਤੂੰ ਅੰਮ੍ਰਿਤ ਛਕਾਉਣਾ? ਇਹ ਸਾਡੇ ਬੰਦੇ ਵੀ ਇਹੋ ਜਿਹਾ ਕਰੀ ਜਾਂਦੇ। ਇਹ ਸਾਰਾ ਡਰਾਮਾ ਡਰੂਮਾ ਇੱਕ ਅੱਧੀ ਥਾਂ ਤੇ ਕਿਤੇ ਹੋਇਆ ਹੋਵੇ, ਉਹਨੂੰ ਜਰਨਲਾਈਜ਼ ਨਹੀਂ ਕੀਤਾ ਜਾ ਸਕਦਾ, ਸਾਰਿਆਂ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਸਭ ਬਕਵਾਸ, ਸਾਰਾ ਇਹ ਪੋਲੀਟੀਕਲੀ ਸਾਰਾ ਪ੍ਰੋਪੇਗੈਂਡੇ ਦੀ ਮੁਹਿੰਮ ਹੈ। ਤੇ ਇਹਨਾਂ ਨੇ ਜਾਣ ਕੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਦੀ ਮੁਹਿੰਮ ਹੈ ਉਹਨੂੰ ਸਰਸੇ ਵਰਗੇ ਚਲਾ ਰਹੇ, ਅਕਾਲ ਤਖਤ ਦਾ ਜਥੇਦਾਰ ਚਲਾ ਰਿਹਾ। ਇਹ ਉਹੀ ਮੁਹਿੰਮ ਹੈ ਸਾਰੀ ਵੀ ਇੱਥੇ ਮੁਸਲਮਾਨਾਂ ਦੇ ਵਿਰੁੱਧ ਚੱਲਦੀ ਨਹੀਂ, ਮੁਸਲਮਾਨ ਹੈ ਨਹੀਂ, ਇੱਥੇ ਤੁਸੀਂ ਆਪ ਸ਼ੁਰੂ ਕਰ ਲਓ ਤੇ ਬਾਰਡਰ ਤੇ ਜਾ ਕੇ ਕਰ ਲਓ। ਬਾਰਡਰ ਤੋਂ ਆਪੇ ਆਪ ਹੀ ਇਹ ਹੋ ਜਾਊਗਾ ਵੀ ਇਹ ਪਾਕਿਸਤਾਨ ਵੱਲੋਂ ਜੀ ਹੋ ਰਿਹਾ, ਸਾਰਾ ਕੁਝ ਸਾਜ਼ਿਸ਼ ਹੋ ਰਹੀ ਹੈ। ਤੇ ਇਸ ਕਰਕੇ ਸਾਰਾ ਡਰਾਮੇਬਾਜ਼ੀ ਹੈ ਤੇ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ। ਸਭ ਇੱਕ ਬੜੀ ਜੇ ਫਰਜ਼ ਕੀਤਾ ਵੀ ਕੋਈ ਸੱਚਾਈ ਹੋਵੇ ਤਾਂ ਤੁਸੀਂ ਕਰੋ ਇਹਨੂੰ ਰੋਕਣ ਲਈ। 30 ਜੁਲਾਈ 1873 ਨੂੰ ਪਹਿਲੀ ਜਿਹੜੀ ਸਿੰਘ ਸਭਾ ਬਣੀ ਸੀ, ਉਹ ਬਣੀ ਇਸੇ ਇਸ਼ੂ ਤੇ ਸੀ ਵੀ 4 ਮਿਸ਼ਨ ਸਕੂਲ ਦੇ ਅੰਮ੍ਰਿਤਸਰ ਦੇ ਬੱਚੇ ਬਾਹਰ ਆ, ਉਹ ਕਹਿਣ ਲੱਗੇ ਜੀ ਅਸੀਂ ਹੁਣ ਈਸਾਈ ਬਣਨਾ ਤੇ ਪਬਲਿਕਲੀ ਅਸੀਂ ਕੇਸ ਕਟਾਵਾਂਗੇ, ਪੱਗਾਂ ਉਤਾਰਾਂਗੇ। ਤਾਂ ਉਹਦੇ ਬਦਲੇ 'ਚ ਸਾਰਾ ਸਿੱਖ ਸਮਾਜ ਇਕੱਠਾ ਹੋ ਗਿਆ ਸੀਗਾ। ਤੇ ਜੇ ਕੋਈ ਗੱਲ ਹੋਵੇ ਤਾਂ ਸਿੱਖ ਸਮਾਜ ਹੁਣ ਵੀ ਇਕੱਠਾ ਹੋ ਜਾਊ ਜੇ ਕੋਈ ਉਹਨਾਂ ਨੂੰ ਪਤਾ ਲੱਗੂਗਾ। ਇਹ ਲੀਡਰਾਂ ਦੇ ਕਹੇ ਨਹੀਂ ਹੁੰਦੇ, ਉਹਨਾਂ ਨੇ ਲੋਕਾਂ ਨੇ ਆਪ ਦੇਖ ਲਿਆ, ਪ੍ਰਤੱਖ ਦੇਖ ਲਿਆ ਵੀ ਇਹ ਕੀ ਕਰ ਰਹੇ ਆ, ਤੇ ਲੋਕ ਇਕੱਠੇ ਹੋ ਗਏ, ਸਿੰਘ ਸਭਾ ਬਣੀ। ਸਿੰਘ ਸਭਾ ਨੇ ਸਾਰਾ ਕੰਮ ਇਹ ਮੁਹਿੰਮ ਵੀ ਰੋਕਤੀ, ਜਿਹੜੀ ਈਸਾਈਆਂ ਦੀ ਮੁਹਿੰਮ ਵੀ ਰੋਕ ਗਈ, ਆਰੀਆ ਸਮਾਜ ਦੀ ਮੁਹਿੰਮ ਵੀ ਰੋਕਤੀ, ਤੇ ਸਿੱਖੀ ਵਧੀ ਉਦੋਂ ਪਿੱਛੋਂ ਲਗਾਤਾਰ। ਤੇ ਦਲਿਤਾਂ ਨੂੰ ਵੀ ਉਹਨਾਂ ਨੇ ਆਪਣੇ ਵਿੱਚ ਲਿਆਂਦਾ। ਤੁਸੀਂ ਦਲਿਤ ਵੀ ਛੱਡੇ ਆ, ਜਿਹੜੇ ਵਿਚਾਰੇ ਦੂਜੇ ਥੱਲੇ ਵਾਲੀਆਂ ਕਲਾਸਾਂ ਦੇ, ਉਹ ਵੀ ਛੱਡੇ ਆ ਤੁਸੀਂ। ਉਹਨਾਂ ਜਮਾਤਾਂ ਦੇ ਲੋਕ, ਤੁਸੀਂ ਥੋੜਾ ਜਿਹਾ ਇੱਕ ਉੱਪਰਲਾ ਵਰਗ ਹੈ ਉਹ ਕਬਜ਼ਾ ਕਰੀ ਬੈਠਾ ਗੁਰਦੁਆਰਾ ਤੇ ਜਾਂ ਸ਼੍ਰੋਮਣੀ ਕਮੇਟੀ ਤੇ ਕਰੇ ਬੈਠਾ, ਤੇ ਇਸ ਕਰਕੇ ਤੁਹਾਨੂੰ ਐਂ ਲੱਗਦਾ ਸਾਰਾ ਕੁਝ ਠੀਕ ਹੀ ਹੋ ਜੂ। ਸਭ ਇੱਕ ਬੜੀ ਅਹਿਮ ਚੀਜ਼ ਆ ਕਿ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸੰਸਥਾ, ਜਿਹਨੇ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ, ਕਿਉਂਕਿ ਹਰੇਕ ਬੰਦਾ ਆਪਣੇ ਪੱਧਰ ਤੇ ਕੋਸ਼ਿਸ਼ ਨਹੀਂ ਕਰਦਾ। ਇਸ ਕਰਕੇ ਅਸੀਂ ਜ਼ਿੰਮੇਵਾਰੀਆਂ ਇੱਕ ਸੰਸਥਾ ਨੂੰ ਦੇ ਦਿੰਦੇ ਹਾਂ ਕਿ ਇਹ ਸੰਸਥਾ ਵੱਡੇ ਪੱਧਰ ਤੇ ਕੰਮ ਕਰੇ, ਕਿਉਂਕਿ ਸੰਗਤ ਦੇ ਪੈਸੇ ਦਾ ਸਹੀ ਇਸਤੇਮਾਲ ਹੋਵੇ। ਤਾਂ ਲੱਗਦਾ ਕਿ ਜਿਸ ਤਰੀਕੇ ਨਾਲ ਕਮੀਆਂ ਰਹੀਆਂ ਨੇ, ਤਾਂ ਲੱਗਦਾ ਕਿ ਐਸਜੀਪੀਸੀ ਵੀ ਕਿਤੇ ਨਾ ਕਿਤੇ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਕਾਮਯਾਬ ਨਹੀਂ ਰਹੀ ਪਿਛਲੇ ਸਮੇਂ ਦੇ ਵਿੱਚ, ਜਿਸ ਤਰੀਕੇ ਨਾਲ ਪ੍ਰਚਾਰ ਹੋਣਾ ਚਾਹੀਦਾ ਸੀ। ਕਿਉਂਕਿ ਅਕਸਰ ਇਹ ਵੀ ਜ਼ਿਕਰ ਆ ਜਾਂਦਾ ਕਰੋੜਾਂ ਅਰਬਾਂ ਦਾ ਬਜਟ ਹੈਗਾ ਤੇ ਪ੍ਰਚਾਰ ਦੇ ਲਈ ਵਰਤਿਆ ਜਿਹੜਾ ਜਾਂਦਾ, ਰੱਖਿਆ ਜਾਂਦਾ ਉਚੇਚੇ ਤੌਰ ਤੇ ਉਸ ਬਜਟ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਦੇ ਵਿੱਚ ਰੱਖਿਆ ਜਾਂਦਾ, ਤਾਂ ਉਹਦਾ ਵੀ ਇਸਤੇਮਾਲ ਗਲਤ ਪਾਸੇ ਹੋ ਰਿਹਾ। ਦੇਖੋ, ਪਹਿਲੀ ਗੱਲ ਤਾਂ ਆਮ ਅਸੀਂ ਐਸਜੀਪੀਸੀ ਨੂੰ ਸਮਝਦੇ ਹਾਂ ਵੀ ਇਹ ਸਾਡੀ ਇੱਕ ਬਹੁਤ ਸਰਮੋਟ ਸੰਸਥਾ ਦੇ ਲੈਵਲ ਤੇ। ਇਹ ਸਾਡੀ ਸੰਸਥਾ ਜਦੋਂ ਇਹ ਇਲੈਕਸ਼ਨ ਸਿਸਟਮ 'ਚ ਪੈ ਗਏ, ਸਾਡੀ ਸੰਸਥਾ ਰਹੀ ਨਹੀਂ। 1925 'ਚ ਗੁਰਦੁਆਰਾ ਐਕਟ ਬਣਨ ਵੇਲੇ ਹੀ ਸਾਡੀ ਸੰਸਥਾ ਨਹੀਂ ਸੀ। ਅੱਧੇ ਜਿਹੜੇ ਸਾਡੇ ਲੀਡਰ ਸੀਗੇ ਉਹ ਤਾਂ ਇਹਦਾ ਵਿਰੋਧ ਕਰਦੇ ਸੀ ਵੀ ਅਸੀਂ ਗੁਰਦੁਆਰਾ ਐਕਟ 1925 ਦਾ ਮੰਨਣਾ ਨਹੀਂ, ਇਹਦੇ ਥੱਲੇ ਅਸੀਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਕਰਾਉਣੀ। ਤੇ ਪਿੱਛੋਂ ਇਹਨਾਂ ਨੇ ਭਲਾ ਭਲੂ ਦਿੱਤਾ ਸਾਰਾ, ਹੁਣ 100 ਸਾਲ ਲੰਘ ਗਿਆ, ਉਸੇ ਥੱਲੇ ਚੋਣ ਕਰਾਈ ਜਾਂਦੇ ਆ। ਤੇ ਚੋਣ ਵੀ ਕੀ ਆ, ਅਕਾਲ ਚੋਣ ਦਾ ਮਤਲਬ ਇਹ ਦਿੱਲੀ ਤਖਤ ਦੇ ਥੱਲੇ ਹਜੇ ਸਾਡੀ ਸ਼੍ਰੋਮਣੀ ਕਮੇਟੀ ਹੈ। ਇਨਡਾਇਰੈਕਟਲੀ ਜਦੋਂ ਮਰਜ਼ੀ ਚੋਣ ਕਰਾਵੇ, 17 ਸਾਲ ਨਾ ਕਰਾਵੇ, 16 ਸਾਲ ਨਾ ਕਰਾਵੇ, ਇਹਨਾਂ ਦੀ ਮਰਜ਼ੀ ਹੈ। ਇਸੇ ਤਰੀਕੇ ਨਾਲ ਸਾਡਾ ਜਿਸ ਤਰੀਕੇ ਨਾਲ ਅਕਾਲ ਤਖਤ ਦਾ ਜਥੇਦਾਰ ਹੈ, ਉਹਦੀ ਅਪੁਆਇੰਟਮੈਂਟ ਵੀ ਅਕਾਲੀ ਲੀਡਰਾਂ ਨੇ ਕਰਨੀ ਹੈ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ। ਉਹ ਫਿਰ ਗਾਹਾਂ ਦਿੱਲੀ ਨਾਲ ਜੁੜੇ ਹੋਏ ਆ, ਉਹ ਫਿਰ ਬੀਜੇਪੀ ਨਾਲ ਜੁੜੇ ਹੋਏ ਆ। ਫਿਰ ਅਕਾਲੀ ਦਲ ਇਸ ਅਕਾਲ ਤਖਤ ਦੇ ਜਥੇਦਾਰ ਦੀ ਕਿੱਥੋਂ ਅਪੁਆਇੰਟਮੈਂਟ ਹੁੰਦੀ ਹੈ, ਕਿਹੜੀ ਬੋਲੀ ਬੋਲਦਾ, ਇਹ ਸਭ ਨੂੰ ਪਤਾ ਹੀ ਹੈ। ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਅਸੀਂ ਅੱਜ ਵੀ ਅਧੀਨ ਹੈਗੇ। ਅਸੀਂ ਦਿੱਲੀ ਇੰਡੀਅਨ ਸਟੇਟ ਦੇ ਥੱਲੇ ਆ। ਪਹਿਲਾਂ ਅਸੀਂ ਬ੍ਰਿਟਿਸ਼ ਸਟੇਟ ਦੇ ਥੱਲੇ ਸੀ ਸਾਰਾ, ਹੁਣ ਅਸੀਂ ਇੰਡੀਅਨ ਸਟੇਟ ਦੇ ਥੱਲੇ। ਸਿੱਖ ਦਾ ਜਿਹੜਾ ਸਿੱਖ ਕਲਰਜੀ ਹੈ, ਸਿੱਖ ਦਾ ਜਿਹੜਾ ਵੱਡਾ ਸੰਸਥਾਨ ਹੈ, ਅਕਾਲ ਤਖਤ ਹੈ, ਹਰਿਮੰਦਰ ਸਾਹਿਬ ਹੈ, ਉਹ ਅਜੇ ਦਿੱਲੀ ਦੇ ਕਬਜ਼ੇ ਵਿੱਚ ਹੈ, ਦਿੱਲੀ ਤੋਂ ਆਜ਼ਾਦ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਤਾਂ ਉਸ ਨੂੰ ਗੁਲਾਮ ਰੱਖਣ ਦੇ ਵਿੱਚ ਸਹਾਈ ਹੈ। ਇਹ ਤੋਂ ਕੁਛ ਉਮੀਦ ਨਾ ਕਰੋ ਵੀ ਇਹ ਕਰਨਗੇ। ਇਹ ਤਾਂ ਡਰਾਮਾ ਕਰਦੇ ਆ ਸਾਰੇ ਲੋੜ ਪੈਣ ਤੇ। ਇਹਨਾਂ ਨੂੰ ਮਿਨੋਰਿਟੀਆਂ ਨਹੀਂ ਦਿਖਦੀਆਂ। ਮਿਨੋਰਿਟੀ ਦੇ ਉੱਤੇ, ਜਿਸ ਮਿਨੋਰਿਟੀ ਦੇ ਤੌਰ ਉੱਤੇ ਨਵੰਬਰ 84 ਹੋਇਆ, ਮਿਨੋਰਿਟੀ ਤੌਰ ਦੇ ਉੱਤੇ ਹੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ। ਮਿਨੋਰਿਟੀ ਸੀ, ਇਹਨਾਂ ਦੇ ਵੋਟਾਂ ਦੀ ਲੋੜ ਨਹੀਂ ਸੀ। ਜਿੰਨੀਆਂ ਕੁ ਵੋਟਾਂ ਇਹਨਾਂ ਦੀ ਪਰਵਾਹ ਨਹੀਂ ਕਰਦੇ, ਕੋਈ ਥੋੜ੍ਹੀਆਂ ਵੋਟਾਂ, 1.5-2% ਪਾਪੂਲੇਸ਼ਨ ਹੈ।
ਤੇ ਹਜੇ ਮਿਨੋਰਿਟੀ ਲੈਵਲ ਤੇ ਤੁਹਾਡੇ ਤੇ ਇੰਨੀ ਕੁੱਟ ਪੈਂਦੀ ਹੈ, ਤੁਸੀਂ ਕਦੇ ਮਿਨੋਰਿਟੀ ਦਾ ਨਾਂ ਨਹੀਂ ਲੈਂਦੇ ਵੀ ਦੂਜੀਆਂ ਮਿਨੋਰਿਟੀਆਂ ਦੇ ਨਾਲ ਖੜੋ। ਬਾਬਰੀ ਮਸਜਿਦ ਡਿੱਗੀ ਗਰਾਈ ਗਈ ਸੀਗੀ ਦਰਬਾਰ ਸਾਹਿਬ ਦੇ ਪਿੱਛੋਂ, ਇੱਕ ਦਿਨ ਕੋਈ ਸ਼ਬਦ ਨਹੀਂ ਪਾਇਆ, ਇੱਕ ਸ਼ਬਦ ਨਹੀਂ ਲਿਆਂਦਾ ਗਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਰੈਜ਼ੋਲੂਸ਼ਨ 'ਚ। ਅਕਾਲੀ ਦਲ ਤਾਂ ਚਲੋ ਸਿਆਸੀ ਬੰਦਾ, ਇਸ ਕਰਕੇ 84 ਉੱਤੇ ਤੁਸੀਂ ਕੀ ਪਾਤਾ? ਸਾਰਾ ਕੁਛ ਇਹਨਾਂ ਨੇ ਇਹ ਮਿਲੀ ਭੁਗਤ 'ਚ ਕਰਦੇ ਆ ਸਾਰਾ ਕੁਛ, ਤੇ ਸ਼੍ਰੋਮਣੀ ਕਮੇਟੀ ਤੋਂ ਕੋਈ ਉਮੀਦ ਨਹੀਂ ਹੈ। ਅਖੀਰ ਤੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਕਿਉਂਕਿ ਲੋਕਾਂ ਤੱਕ ਤੇ ਆਵਾਜ਼ ਪਹੁੰਚ ਰਹੀ ਹੈ, ਸ਼ਾਇਦ ਸੱਚੀ ਵੱਡੇ ਪੱਧਰ ਤੇ ਕਨਵਰਜਨ ਹੋ ਰਹੀ ਹੈ, ਜਾਂ ਲੋਕ ਧਰਮ ਛੱਡ ਕੇ, ਸਿੱਖੀ ਧਰਮ ਛੱਡ ਕੇ ਤਾਂ ਈਸਾਈ ਬਣ ਰਹੇ ਨੇ, ਤਾਂ ਇਸ ਵਕਤ ਕਰਨਾ ਕੀ ਚਾਹੀਦਾ ਕਿਸ ਤਰੀਕੇ ਨਾਲ? ਕਿਉਂਕਿ ਤੁਸੀਂ ਕਹਿੰਦੇ ਕਿ ਪ੍ਰਚੰਡ ਰਚਿਆ ਜਾ ਰਿਹਾ, ਇੱਕ ਹਿਸਾਬ ਨਾਲ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਜਾਂ ਉਹਨਾਂ ਨੂੰ ਪਰਦੇ ਹੇਠ ਰੱਖਿਆ ਜਾ ਰਿਹਾ। ਬਚਣਾ ਕਿੱਦਾਂ ਹੈਗਾ ਇੱਥੋਂ, ਕਿਉਂਕਿ ਬਚਣ ਦੀ ਲੋੜ ਵੀ ਹੈਗੀ। ਬਚਣਾ ਜਿਵੇਂ ਉਦੋਂ ਜਦੋਂ ਸਿੰਘ ਸਭਾ ਬਣ ਕੇ ਸਾਰਾ ਕੁਛ, ਪਹਿਲਾਂ 1873 ਦੇ ਵਿੱਚ ਅੰਮ੍ਰਿਤਸਰ ਦੀ ਸਿੰਘ ਸਭਾ ਬਣੀ, 1879 ਦੇ ਵਿੱਚ 6 ਸਾਲ ਬਾਅਦ ਲਾਹੌਰ ਦੀ ਸੰਸਥਾ ਬਣੀ। ਉਹਨਾਂ ਨੇ ਸਾਰਿਆਂ ਨੇ ਸਿੱਖਾਂ ਲਈ ਕੰਮ ਕੀਤਾ, ਸਿੱਖ ਧਰਮ ਨੂੰ ਸਹੀ ਕੀਤਾ, ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ, ਸਿੱਖ ਧਰਮ ਦੀਆਂ ਕਿਤਾਬਾਂ ਠੀਕ ਕੀਤੀਆਂ। ਕਈ ਫਜ਼ੂਲ ਕਿਸਮ ਦੀਆਂ ਹਿੰਦੂ ਮਤ ਦੀਆਂ ਕਿਤਾਬਾਂ ਵਿੱਚ ਆਈਆਂ ਵੀਆਂ ਸੀ। ਉਹਨਾਂ ਨੇ ਸਾਰੇ ਕੰਮ ਕੀਤੇ ਸਾਫ਼ ਕਰਦੇ, ਤੇ ਮੁੜ ਕੇ ਸਿੱਖਾਂ ਦੀ ਗਿਣਤੀ ਵਧੀ। 1881 ਦੇ ਵਿੱਚ ਸਾਰੇ 18 ਲੱਖ ਸਿੱਖ ਰਹਿ ਗਏ ਸੀਗੇ, ਤੇ ਉਹਨਾਂ ਤੋਂ ਮੁੜ ਕੇ ਫਿਰ ਅਸੀਂ ਹੁਣ 2 ਕਰੋੜ ਪੌਣੇ 2 ਕਰੋੜ ਦੇ ਨੇੜੇ ਕਿਵੇਂ ਹੋ ਗਏ? ਇਹ ਸਾਰਾ ਕੁਛ ਸਿੰਘ ਸਭਾ ਨੇ ਕੀਤਾ, ਉਹਨਾਂ ਦਿਨਾਂ 'ਚ ਕੀਤਾ। ਤੇ ਐਸਜੀਪੀਸੀ ਨੇ ਨਾ ਉਹ ਕਰਨਾ ਨਾ ਵਾਸਤਾ, ਸਿੰਘ ਸਭਾ 'ਚੋਂ ਐਸਜੀਪੀਸੀ ਨਿਕਲੀ ਸੀ। ਇਸ ਕਰਕੇ ਮੁੜ ਕੇ ਫਿਰ ਉਹਨਾਂ ਨੇ ਇਹ ਸਾਰਾ ਕੁਛ ਕਬਜ਼ਾ ਕਰ ਲਿਆ। ਉਹ ਕਬਜ਼ਾ ਹੁਣ ਦਿੱਲੀ ਦਾ ਹੋਇਆ ਵਾ, ਤੇ ਕਬਜ਼ੇ ਤੋਂ ਸਾਡਾ ਅਕਾਲ ਤਖਤ ਕਦੋਂ ਮੁਕਤ ਹੋਏਗਾ, ਕਦੋਂ ਸ਼੍ਰੋਮਣੀ ਕਮੇਟੀ ਮੁਕਤ ਹੋਏਗੀ? ਇਹ ਸਿੱਖਾਂ ਦੀ ਸੰਸਥਾ ਹੀ ਨਹੀਂ ਹੈ। ਇਸ ਕਰਕੇ ਇਹਨਾਂ ਦਾ ਕੋਈ ਬਜਟ ਨਹੀਂ ਹੈ ਜਿਹੜਾ ਬਹੁਤ ਵੱਡਾ ਇਹਨਾਂ ਕੋਲ ਬਜਟ ਹੈ। ਬਜਟ ਇਹਨਾਂ ਦੇ ਪੁਜਾਰੀ ਕਲਾਸ ਤੇ ਇਹ ਲੀਡਰਸ਼ਿਪ ਦੇ ਖਾਣ ਲਈ ਹੈ ਬਜਟ। ਜੇ 1000 ਕਰੋੜ ਰੁਪਈਏ ਦਾ ਬਜਟ ਹੈ, ਇਹਦੇ 'ਚੋਂ 900 ਕਰੋੜ ਰੁਪਈਆ ਤਾਂ ਇਹਨਾਂ ਦਾ ਆਪਦੇ ਲਈ ਆ, ਖਰਚਿਆਂ ਲਈ, ਸਾਰੇ ਆਪਦੇ ਖਰਚਿਆਂ ਲਈ ਆ ਸਾਰਾ ਕੁਛ। ਮਸਾ ਮੁਸ਼ਕਿਲ ਲਈ 10 20 40 ਕਰੋੜ ਰੁਪਈਆ ਕਿਤੇ ਬਚਦਾ ਹੋਊ ਧਾਰਮਿਕ ਪ੍ਰਚਾਰ ਲਈ। ਸਾਰੇ ਇਹਨਾਂ ਦੇ ਸਕੂਲ ਹੈ, ਸਕੂਲ ਐਜੂਕੇਸ਼ਨ ਦੇ ਜਿੰਨੇ ਵੀ ਸਕੂਲ ਅਦਾਰੇ ਆ, ਕਾਲਜ ਆ, ਯੂਨੀਵਰਸਿਟੀ, ਸਾਰਿਆਂ ਕੋਲ ਤਾਂ ਸਾਰੇ ਘਾਟੇ 'ਚ ਜਾ ਰਹੇ ਆ। ਸਾਰਿਆਂ ਨੂੰ ਤਾਂ ਤਨਖਾਹਾਂ ਨਹੀਂ ਮਿਲਦੀਆਂ ਇਹਨਾਂ ਦੇ ਨੂੰ। ਤੇ ਇਸ ਕਰਕੇ ਉਹ ਇਹ ਛੱਡੋ, ਇਹਨਾਂ ਕੋਲੇ ਕੁਛ ਹੈ ਨਹੀਂ ਕਰਾਉਣ ਨੂੰ, ਨਾ ਇਹਨਾਂ ਤੋਂ ਉਮੀਦ ਰੱਖੋ। ਨਾ ਇਹ ਸਿੱਖਾਂ ਦੀ ਸਰਮੌਰ ਸੰਸਥਾ ਦੇ ਲੈਵਲ ਉੱਤੇ ਕਦੇ ਮੰਨਣੀ ਚਾਹੀਦੀ ਹੈ। ਇਹ ਸਿਆਸੀ ਸੰਸਥਾ ਤੇ ਸਿਆਸਤ ਨੇ ਕਬਜ਼ਾ ਕੀਤਾ, ਤੇ ਇਸ ਨੂੰ ਐਕਚੁਅਲੀ ਸਿੱਖਾਂ ਨੂੰ ਚਾਹੀਦਾ ਅਸਲ ਵਿੱਚ ਵੀ ਇਸ ਨੂੰ ਆਜ਼ਾਦ ਕਿਵੇਂ ਕਰਾਈਏ, ਲਿਬਰੇਟ ਕਿਵੇਂ ਕਰਾਈਏ, ਇਹਦੀ ਮੁਕਤੀ ਕਿਵੇਂ ਕਰਾਈਏ। ਸਨ ਜਸਪਾਲ ਸਿੰਘ ਸਿੱਧੂ तमाम ਮਸਲੇ ਤੇ ਬੜੇ ਵਿਭਾਗ ਢੰਗ ਦੇ ਨਾਲ ਦੱਸਿਆ ਹੈਗਾ ਕਿ ਕਮੀ ਕਿੱਥੇ ਹੈਗੀ। ਸਿੱਧੇ ਤੌਰ ਤੇ ਐਸਜੀਪੀਸੀ ਤੇ ਵੱਡੇ ਸਵਾਲ ਨੇ, ਜਥੇਦਾਰ ਸਾਹਿਬ ਤੇ ਵੱਡੇ ਸਵਾਲ ਨੇ ਕਿ ਆਖਰਕਾਰ ਤੁਸੀਂ ਆਪਣੇ ਪੱਧਰ ਤੇ ਕੀ ਕਰ ਰਹੇ ਹੋ। ਸਾਫ਼ ਤੌਰ ਤੇ ਸਿੰਘ ਸਭਾਵਾਂ ਦਾ ਜ਼ਿਕਰ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਸਪਾਲ ਸਿੰਘ ਸਿੱਧੂ ਹੋਰਾਂ ਨੇ ਕਿ ਜਿਸ ਤਰੀਕੇ ਦੇ ਹਾਲਾਤ ਪਹਿਲਾਂ ਹੋਏ ਸੀਗੇ, ਇੱਕ ਸਮੇਂ ਤੇ ਕਿਤੇ ਸਿੰਘਾਂ ਦੀ ਜਾਂ ਸਿੱਖਾਂ ਦੀ ਜਿਹੜੀ ਗਿਣਤੀ ਸੀ 18 ਲੱਖ ਰਹਿ ਗਈ ਸੀਗੀ, ਤਾਂ ਉਸ ਵੇਲੇ ਜਿਸ ਤਰੀਕੇ ਨਾਲ ਸਿੰਘ ਸਭਾਵਾਂ ਨੇ ਕੰਮ ਕੀਤਾ, ਜਿਸ ਤਰੀਕੇ ਨਾਲ ਸਿੱਧੇ ਤੌਰ ਤੇ ਲਿਟਰੇਚਰ ਤੇ ਕੰਮ ਕੀਤਾ, ਇਤਿਹਾਸ ਦੀਆਂ ਕਿਤਾਬਾਂ ਤੇ ਕੰਮ ਕੀਤਾ, ਆਪਣੇ ਪਰਚੇ ਛਪਾਉਣ ਦਾ ਕੰਮ ਕੀਤਾ, ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਉਸ ਵੇਲੇ। ਉਹੀ ਲੋੜ ਹੁਣ ਦੁਬਾਰਾ ਹੈਗੀ ਹੈ। ਜਿਸ ਤਰੀਕੇ ਨਾਲ ਇਸ ਵੇਲੇ ਵੀ ਬਹੁਤ ਸਾਰੀਆਂ ਅਸੀਂ ਪੁਸਤਕਾਂ ਦੇਖ ਰਹੇ ਜਿਨ੍ਹਾਂ ਦੇ ਵਿੱਚ ਗਲਤ ਸਿੱਖ ਇਤਿਹਾਸ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ। ਇੱਥੋਂ ਤੱਕ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਦੇਖਣ ਦੇ ਵਿੱਚ ਆਈਆਂ ਸੀ। ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਵੇਲੇ ਵੱਡੇ ਬਣੇ ਹੋਏ ਨੇ, ਪਰ ਉਹਨਾਂ ਦੇ ਜਵਾਬ ਕਿਸ ਤਰੀਕੇ ਨਾਲ ਲੱਭਣੇ ਨੇ, ਲੋਕਾਂ ਨੂੰ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਤੇ ਨਾਲ ਦੀ ਨਾਲ ਇੱਕ ਬੜੀ ਅਹਿਮ ਚੀਜ਼ ਕਿ ਧਰਮ ਪਰਿਵਰਤਨ ਦੇ ਨਾਮ ਤੇ ਜਿਸ ਤਰੀਕੇ ਨਾਲ ਇਸ ਵੇਲੇ ਸਿਆਸਤ ਹੋ ਰਹੀ ਹੈ, ਉਹ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।